कुछ दिन हो गए है ਜਿਹੜੀਆਂ ਗਾਵਾਂ ਇਹਨਾਂ ਨੂੰ ਸਾਡੇ ਹਿੰਦੂ ਭਰਾ ਪਵਿੱਤਰ ਸਮਝਦੇ ਹੈ ਤੇ ਕਹਿੰਦੇ ਹੈ ਕਿ ਇਹ ਸਾਡੀ ਗਊ ਮਾਤਾ ਹੈ। ਬਿਲਕੁਲ ਜੇ ਉਹਨਾਂ ਦਾ ਧਰਮ ਹੈ ਤੇ ਮੈਂ ਉਹਨਾਂ ਨੂੰ ਗਊਸ਼ਾਲਾ ਦੇ ਲਈ ਫੰਡਾਂ ਦਿੱਤੀਆਂ, ਪਰ ਜਦੋਂ ਮੈਂ ਦੇਖਦਾ ਕਿ ਗਊਆਂ ਜਿਹੜੇ ਪਲਾਸਟਿਕ ਦੇ ਲਿਫਾਫੇ ਹੁੰਦੇ ਹੈ ਉਹਨਾਂ ਦੇ ਉੱਤੇ ਚਰਦੀਆਂ ਤਾਂ ਫਿਰ ਮੈਨੂੰ ਜ਼ਰੂਰ ਗੁੱਸਾ ਚੜ੍ਹਦਾ ਹੈ ਕਿ ਸਾਡੇ ਹਿੰਦੂ ਭਰਾ ਤੋਂ ਆਪਣਾ ਧਰਮ ਸੰਭਿਆ ਕਿਉਂ ਨਹੀਂ ਜਾਂਦਾ। ਰੌਲਾ ਜ਼ਰੂਰ ਹੈ ਕਿ ਜਿਹੜਾ ਵੀ ਗਾਂ ਦੀ ਹੱਤਿਆ ਕਰੂਗਾ ਉਸ ਨੂੰ 25 ਸਾਲ ਕੈਦ ਹੋਊਗੀ। ਮੈਂ ਪਾਰਲੀਮੈਂਟ ਦੇ ਵਿੱਚ ਵੀ ਬੋਲਿਆ ਕਿ ਠੀਕ ਹੈ ਤੁਹਾਡਾ ਧਾਰਮਿਕ ਨਿਸ਼ਾਨ ਹੈ, ਤੁਸੀਂ ਗਊ ਦੀ ਇੱਜ਼ਤ ਕਰਦੇ ਹੋ, ਪਰ ਤੁਸੀਂ ਇਸ ਨੂੰ ਸਾਂਭ ਕੇ ਨਹੀਂ ਰੱਖਦੇ। ਇਹ ਤੁਸੀਂ ਵੀ ਦੇਖਿਆ ਹੋਊਗਾ ਕਿ ਅਵਾਰਾ ਗਊਆਂ ਖੇਤਾਂ ਦੇ ਵਿੱਚ ਫਿਰਦੀਆਂ। ਇਹਦਾ ਮੈਂ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿ ਹਰੇਕ ਗਊ ਪਿੱਛੇ ਜਿਹੜੀ ਗਊ ਗਊਸ਼ਾਲਾ 'ਚ ਹੈ ਸਰਕਾਰ 100 ਰੁਪਈਆ ਦੇਵੇ ਇੱਕ ਗਾਂ ਦੇ ਪਿੱਛੇ ਹਰੇਕ ਦਿਨ, ਜਿਹਦੇ ਨਾਲ ਪੱਠੇ ਖਰੀਦੇ ਜਾਣ, ਜਿਹੜਾ ਕਿਸਾਨਾਂ ਨੂੰ ਫਾਇਦਾ ਹੋਊਗਾ। ਤੂੜੀ ਖਰੀਦੀ ਜਾਏ ਜਿਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ। ਅਤੇ ਤੁਸੀਂ ਆਪਣੀ ਗਊ ਨੂੰ ਸਾਂਭ ਕੇ ਰੱਖੋ, ਪਰ ਪਤਾ ਨਹੀਂ ਇਹ ਕਹਿੰਦੇ ਹੈ ਕਿ ਭਾਰਤ ਸਾਡੀ ਮਾਤਾ ਹੈ। ਮੈਨੂੰ ਗੁੱਸਾ ਚੜ੍ਹਦਾ ਹੈ ਜੇ ਤੁਹਾਡੀ ਮਾਤਾ ਹੈ ਅਤੇ ਫਿਰ ਇਹਦੀਆਂ ਸਰਹੱਦਾਂ ਦੇ ਉੱਤੇ ਕਸ਼ਮੀਰ ਅਤੇ ਲੱਦਾਖ ਦੇ ਉੱਤੇ ਜਿਹੜੀ ਤੁਸੀਂ ਭਾਰਤ ਮਾਤਾ ਦੇ ਇਲਾਕੇ ਚੀਨ ਨੂੰ ਫਤਿਹ ਕਰਾ ਰਹੇ ਹੋ, ਉਹਦੇ ਕੁਛ ਵੀ ਕਰਨਾ ਚਾਹੀਦਾ। ਜਦੋਂ 2020 ਦੇ ਵਿੱਚ 20 ਫੌਜੀ ਮਾਰ ਦਿੱਤੇ ਗਏ, ਉਹਨਾਂ ਵਿੱਚੋਂ 5 ਸਾਡੇ ਸੀ ਪੰਜਾਬ ਦੇ, 4 ਸਿੱਖ ਸੀਗੇ ਅਤੇ 1 ਮੁਸਲਮਾਨ ਸੀ। ਸੋ ਸਾਧ ਸੰਗਤ ਜੀ, ਜਦੋਂ ਸਿੱਖ ਅਤੇ ਮੁਸਲਮਾਨ ਤੁਹਾਡੀ ਸਰਹੱਦ ਦੇ ਲਈ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਹੈ, ਫਿਰ ਪਤਾ ਨਹੀਂ ਕਾਹਦਾ ਸ਼ੱਕ ਪਿਆ ਰਹਿੰਦਾ ਹੈ ਕਿ ਸਿੱਖ ਪ੍ਰਾਈਮ ਮਿਨਿਸਟਰ ਦਾ ਨੁਕਸਾਨ ਨਾ ਕਰ ਦੇਣ, ਫਲਾਣੇ ਦਾ ਨੁਕਸਾਨ ਨਾ ਕਰ ਦੇਣ। ਅਸੀਂ ਚਾਹੁੰਦੇ ਹਾਂ ਆਪਣੀ ਤਰੱਕੀ, ਸਾਡੇ ਬਾਰਡਰ ਖੋਲ੍ਹੋ। ਗੁਰੂ ਸਾਹਿਬ ਨੇ ਅਰਦਾਸ ਦੇ ਵਿੱਚ ਸਾਨੂੰ ਦੱਸਿਆ ਕਿ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੈ ਉਹਦੇ ਦਰਸ਼ਨ ਦੀਦਾਰ ਹੋਣ। ਅਸੀਂ ਆਪਣੀ ਅਰਦਾਸ ਨੂੰ ਪੂਰਾ ਕਰੀਏ। ਮੁਸਲਮਾਨਾਂ ਦੇ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਹੈ, ਇਹਨਾਂ ਦੀ ਆਵਾਜਾਈ ਹੋਵੇ। 70-80 ਸਾਲਾਂ ਤੋਂ ਇਹ ਆਪਣੇ ਰਿਸ਼ਤੇਦਾਰਾਂ ਤੋਂ ਵਾਂਝੇ ਹੋਏ ਹੈ। ਸੋ ਮੈਂ ਆਸ ਕਰਦਾ ਕਿ ਆਪਾਂ ਤਕੜੇ ਹੋ ਕੇ 20 ਤਰੀਕ ਨੂੰ ਆਪਣੀ ਇੱਜ਼ਤ ਰੱਖਾਂਗੇ ਅਤੇ ਅਸੀਂ ਬੜੇ ਰਿਣੀ ਹੈ ਹਰਚਰਨ ਸਿੰਘ ਜੀ ਦੇ, ਜਿਹੜੇ ਸਾਡੇ ਤਖਤ ਜਥੇਦਾਰ ਸਾਹਿਬ ਦੇ ਬਾਪੂ ਜੀ ਹੈ, ਅਤੇ ਸਾਰਿਆਂ ਦੇ ਜਿਹੜੇ ਇੱਥੇ ਅੱਜ ਬੋਲ ਕੇ ਗਏ ਹੈ ਅਤੇ ਇਸ ਮੁਹਿੰਮ ਨੂੰ ਤਕੜਾ ਕਰ ਰਹੇ ਹੈ। ਪਰ ਸਾਧ ਸੰਗਤ ਜੀ, ਜਿਹੜੀਆਂ ਸਾਡੀਆਂ ਲੋੜਾਂ ਹੈ ਉਹ ਤਾਂ ਇੰਦਰਾ ਗਾਂਧੀ ਨੇ 60 ਸਾਲ ਨਾਅਰਾ ਮਾਰਿਆ ਸੀ ਕਿ ਜਿਹੜਾ ਕਾਂਗਰਸ ਨੂੰ ਵੋਟ ਦਊਗਾ ਉਹਨੂੰ ਅਸੀਂ ਰੋਟੀ ਮਕਾਨ ਅਤੇ ਕੱਪੜਾ ਦੇਵਾਂਗੇ। ਹੁਣ ਤੁਸੀਂ ਦੱਸੋ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਕਿ ਇਹ ਵਾਅਦਾ 60 ਸਾਲਾਂ ਦਾ ਕੀਤਾ ਹੋਇਆ ਪੂਰਾ ਹੋਇਆ। ਨਹਿਰੂ ਨੇ ਸਿੱਖਾਂ ਨੂੰ ਵਾਅਦਾ ਕੀਤਾ ਸੀ ਕਿ ਤੁਸੀਂ ਹਿੰਦੂ ਕੌਮ ਦੇ ਨਾਲ ਰਲ ਜਾਓ, ਤੁਹਾਨੂੰ ਇੱਕ ਇਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਉਹ ਸਾਨੂੰ ਪ੍ਰਾਪਤ ਹੋਇਆ। ਹੁਣ ਜਿਹੜਾ ਰੋਟੀ ਕੱਪੜਾ ਮਕਾਨ ਹੈ, ਹੁਣ ਹਫ਼ਤਾ ਭਰ ਮੀਂਹ ਪਏ ਹੈ, ਜਿਹੜੇ ਗਰੀਬਾਂ ਦਾ ਘਰ ਹੈ ਉਹ ਚਾਹੁੰਦੇ ਸੀਗੇ, ਗਰੀਬਾਂ ਦੇ ਕੋਲੇ
एक कमरा जिथे आप सौंदे है, उन्हां दी नूंह ते बेटा भी सौंदा है। जे धी ते जवाई आ जाण वो भी उत्थे सौंदे है। कि यह जिंदगी है इन्हां ने सानू दित्ती 1947 तो बाद। अज मोदी साहब प्राइम मिनिस्टर इन्हां ने जदों पिछले महीने फिरोजपुर आए सी, इन्हां ने बयान देता कि पंजाब जाके मेरी जान खतरे च पै गई सी। मेरा कहने का मतलब है कि असी लोग कोई बुच्चड़ हैगे हैं कि जिहड़ा कोई बाहरों आउंदा है उहदे ते बुरी निगाह रखते हैं। ये सारे मुल्कां दे विच यह प्रचार ये मोदी के ते बीजेपी ते RSS साडे बारे ये कह रहे हैं। हुण जिहड़ा मलेरकोटला हलका है ਇਹਦੇ ਵਿੱਚ 170 ਪਿੰਡ ਹੈ ਜਿੱਥੇ ਨਹਿਰ ਦਾ ਪਾਣੀ ਨਹੀਂ ਲੱਗਦਾ। ਨਹਿਰ ਦਾ ਪਾਣੀ ਇੰਨੇ ਸਾਲਾਂ ਤੋਂ ਕਿਉਂ ਨਹੀਂ ਲੱਗਦਾ? ਕਿਸੇ ਤੁਹਾਡੇ MLA ਨੇ ਜਾਂ ਫਤਿਹਗੜ੍ਹ ਸਾਹਿਬ ਦੇ MP ਨੇ ਕਦੇ ਪਤਾ ਕੀਤਾ? ਇਹਦਾ ਪਤਾ ਹੋਣਾ ਚਾਹੀਦਾ ਹੈ ਤੇ ਨਹਿਰਾਂ ਦਾ ਪਾਣੀ ਲੱਗਣਾ ਚਾਹੀਦਾ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ कि नहरों का पानी लगे। होर तुहाडा जीवन वधिया बनाउण दे लई जिहड़ी नरेगा है उहदे पैसे दे विचों मोदी साहब ने ऐतकी 25,000 करोड़ रुपया घट कर दिता है। फिर इन्हां दी नीत की है कि गरीब कित्थों पैसा कमाउणगे? ये सारी चीज़ देखनी पऊगी। ये गल्लां जे सानू अहुदा दिओगे ये ज़्यादा रड़कणगियां ते चंगियां बनणगियां। सो मैं यही गल्लां करदा कि जिहड़ा WTO है, वर्ल्ड ट्रेड ऑर्गेनाइजेशन, जिहड़ी दुनिया की संस्था ਵਪਾਰ ਕਰਾਉਂਦੀ है, वो कहती है हरेक मुल्क अपने बॉर्डर खोलन। हुण साडे 3-4 कित्थे हैं। एक तो असी किसानी करते हैं, किसान मजदूरी करते हैं, ट्रांसपोर्ट है तो व्यापार है। 46 लाख नौजवान बेरोजगार है। जदों बॉर्डर खुलूगा पाकिस्तान दे नाल साडियां जिनसां पाकिस्तान दे मंडियां च विकणगियां और वो खुशहाली आऊगी। जे साडा किता ट्रांसपोर्ट है, साडे जिहड़े बेरोजगार बच्चे हैं ये आरे लगणगे। क्यों करके ड्राइविंग करना, ट्रक चलाने, मोटर चलानी, ट्रैक्टर चलाना साडे खून दे विच ये चीज़ां हैगियां। आपां दूर दूर व्यापार करांगे, साडे लाले बाणीए ये भी फलणगे, फायदा होऊगा सारे पासे। ते मैनू कहणगे कि तू पाकिस्तान दे गेट किवें खिला देगा? मैं कहना है कि जदों हिंदुस्तान की सरकार ने इस कागज़ के उत्ते दस्तखत किए है कि बॉर्डर खोलने चाहिए है, तो फिर क्यों नहीं खोलणगे? ये सारियां चीज़ां अपनियां देखण वालियां हैगियां। हुण जो घाटियां गिनतियां दे उत्ते जबर हो रहा है, जिहड़ा तुहानूं दस्सिआ मुसलमानां नूं दूजे सूबे दे विच बीबियां जो पर्दा रखदियां ये कहंदे है BJP RSS वाले कि तुसीं पर्दा नहीं रख सकते।
ਇਹਦੇ ਬਾਰੇ ਅਸੀਂ ਤਕੜੇ ਹੋ ਕੇ ਬੋਲੇ ਹੈ ਔਰ ਇਹਦੇ ਵਿੱਚ ਵੀ ਅਸੀਂ ਇਹੋ ਜਿਹੀ ਸਰਕਾਰ ਜਿਹੜੀ ਘੱਟ ਗਿਣਤੀਆਂ ਨੂੰ ਤੰਗ ਕਰ ਰਹੀ ਹੈ ਇਸ ਦੇ ਅੱਗੇ ਸਾਰਾ ਕੁਝ ਲੈ ਕੇ ਆਵਾਂਗੇ। ਜਿਹੜਾ ਕਿਸਾਨਾਂ ਦੇ ਮਸਲੇ ਸੀਗੇ ਉਹ ਹੱਲ ਕਰੀਬਨ ਕਰੀਬ ਹੋ ਚੁੱਕੇ ਹੈ ਕਿ ਜਿਹੜੇ ਕਾਨੂੰਨ ਬਣਾਏ ਸੀ ਉਹ ਰੱਦ ਹੋ ਗਏ ਹੈ, ਪਰ ਅਜੇ ਅਸੀਂ MSP ਦੀ ਉਡੀਕ ਕਰਦੇ ਹਾਂ। ਤੁਸੀਂ ਦੱਸੋ ਕਿ ਅਸੀਂ ਕੋਈ ਮੰਗਦੇ ਹਾਂ? ਅਸੀਂ ਸਰਦਾਰ ਹੈ, ਸਾਨੂੰ ਸਰਦਾਰੀ ਗੁਰੂ ਨਾਨਕ ਸਾਹਿਬ ਨੇ 6ਵੇਂ ਪਾਤਸ਼ਾਹ ਨੇ 10ਵੇਂ ਪਾਤਸ਼ਾਹ ਨੇ ਦਿੱਤੀ ਹੈ। ਅਸੀਂ ਕੋਈ ਮੰਗते हैं कि सेंटर सानू आ दे दे वो दे दे। मैनू याद है कि 1947 तो पहला साडे पिंड विसाखी दे उत्ते निहंग आउंदे सी, विसाखी ते घोड़ सवार हुंदे सीगे। मेरे बजुर्गां नू उन्हां ने कहा सी कि विसाखी ते असी तो उत्थों मामला लेना ते फिर साडा जिहड़ा मैनेजर सी वो बोर्ड दे थल्ले धड़े दे उत्ते खड़ जांदा सी। उहदे हत्थ दे विच एक थैला सी जिहदे विच चांदी दे रुपए हुंदे सीगे ते निहंग सिंह आउंदे सी घोड़ सवार दड़ो दड़ करदे ते जदों मैनेजर दे कोले पहुंचते सी वो खोंदे सीगे, कहंदे असीं साडा हक जमाउंदे हैं, असीं मंगदे मुंगदे नहीं। तो मेरा मतलब है कि जे ये साडी रवायत है हरेक चीज़ मोदी साहब दे दे, मोदी साहब दे दे, फलाना साहब दे दे, ये साडी अणख दे रड़कदी है। आपां खुद मुख्तियार लोग हैं, असी अपनी जिंदगी नूं तकदीर नूं आप घटांगे। असी ना मंगते हैं ना गुलाम हैं, ते जे गुलाम है गुलामी असी मनदे नहीं। मोदी साहब नूं जे डर है पहला जिहड़ा इन्हां दी हुकूमत दे विच चीन ने लद्दाख दा इलाका लुट लिया, कब्जा कर लिया, वो उसनूं छड़ाउण। हुण लद्दाख की गल क्यों कर रहे हैं? क्यों करके 1834 दे विच सिख दरबार महाराजा रणजीत सिंह ने लद्दाख फतेह किया सी। ये साडी जायदाद है, सानू चुभदी है, ते बगानियां दे हत्थ दे विच जिहड़े वारी वारी सिर चीन नूं इलाका लुटा दिंदे है, इहदे खिलाफ असी तकड़े हो के खड़े हैं। सो साध संगत जी, ये सारियां गल्लां अणख जमीर दियां तकदीर दियां ये सारियां बदल सकदियां जे तुहाडे नुमाइंदे सारे पंजाब दे विच तकड़े होणगे। जिहड़े MLA ते MP हुंदे है वो तुहाडे कोई साहब नहीं हुंदे, वो तुहाडे सेवादार हुंदे है, तुहाडे ते सरकार दे विचाले विचोले हुंदे है। जिहड़ा दुख तकलीफ तुहानूं हुंदा है वो सरकार तो दूर करके लैके आउंदे है। तुहाडे इत्थे हस्पताल माड़े है, अमरगढ़ दे विच भी ते दूसरे पासे भी हस्पताल ठीक नहीं है। कई स्कूल 8वीं तक है, जिहड़े स्कूलों दे विच मुसलमान दे बच्चे जाते हैं उत्थे उर्दू पढ़ाउण लिखाउण दा हुक्म है, पर उर्दू पढ़ाउण वाले मास्टर है नहीं गे। ये जिहड़ियां कमियां मैनूं पता लग रहा है,
मैं तुहाडा MP 5 साल रहा, तुसीं जानते होंगे जे पिंड मेरे हल्के दे विच सीगा। सो मैं तुहानूं निमरता सहित बेनती करदा कि तुहाडी कोई लुट खसुट नहीं होण देनी, तुहाथों कोई नजायज़ तुहाडे ते हुक्म लागू करन पुलिस वाले जां होर कोई, ये असीं तुहानूं तंग नहीं होण देना, ना थाणे दे विच ना कचहरियां दे विच। 5 साल जो मैं मैंबर पार्लीमेंट रहा संगरूर दा, असी कोई दंगा फसाद निरंकारियों का, प्रेमियों का, ट्रक यूनियन का जां किसी दे कतल कराउण दा नहीं होण दिता। बिल्कुल शांतिपूर्वक अमन पसंद तरीके दे नाल असी सारिਆਂ ਨੂੰ रखिया। मैनू एक गल याद है कि भदौड़ दे विच जिहड़े वड्डे सरदार हैं उन्हां दीयां जमीनां लोकां ने नप लियां सी। मेरे हुंदे वो सुप्रीम कोर्ट का ऑर्डर लेके आए कि तुसीं साडियां जमीनां वापस कराओ। उन्होंने कहा कि असी महाराजा पटियाले चीफ मिनिस्टर कैप्टन साहब को भी गए हैं, वो साडे रिश्तेदार हैं, पर उन्होंने कहा कि संगरूर के MP नूं राजी करो तां तुहाडी जमीन सरकार दवा सकूगी। मैं उन्होंने रिश्तेदारों नूं कहा कि ये बड़ा उलझिया होया है, बहुत भारी जिमीदार 100 किले दे विचों उठाउणा पऊगा ते इत्थे खून खराबा होऊगा, इस करके असीं इहो जिहा काम नहीं कर सकदे। सो तुहाडे हक्कां दी हकूकां दी बेशक रिश्तेदारी सी, पूरी तर्जमानी की है, पत्ता ते तीला नहीं हिलण दिता, वधिया काम चलिया। इस तरह हुण चलूगा जे तुसीं असैंबली दे विच भेजोगे। मैं तुहाडे सारिਆਂ दा बहुत बहुत ऋणी है कि टाइम कढ के तुसीं इत्थे आए हो। सो आस करदा कि 20 तरीक नूं तुसीं जित दी बख्शिश करोगे, सारे जने इकट्ठे हो के। हिंदुआं दा नूं कोई डर नहीं है, एवं भै पाया होया है कि सिमरनजीत सिंह मान तुहाडे खिलाफ है, बिल्कुल गलत गल है। उन्हां दीयां गऊशाला मैं करवाइयां, मुसलमानां दी 4 दीवारी, इन्हां दे कब्रस्तानां दी कराई, बिल्कुल मैं किसी दे खिलाफ नहीं। पर जिहड़े लोग अपने मजहब नूं संभाल नहीं सकते उन्हां दे खिलाफ मैं तकड़ा होकर खड़ा हुंदा। कुछ दिन हो गए है जिहड़ियां गावां इन्हां नूं साडे हिंदू भरा पवित्र समझदे है ते कहंदे है कि ये साडी गऊ माता है। बिल्कुल जे उन्हां दा धर्म है ते मैं उन्हां नूं गऊशाला दे लई फंडां दित्तियां, पर जदों मैं देखदा कि गऊआं जिहड़े प्लास्टिक दे लिफाफे हुंदे है उन्हां दे उत्ते चरदियां तां फिर मैनूं जरूर गुस्सा चढ़दा है कि साडे हिंदू भरा तो अपना धर्म संभिया क्यों नहीं जांदा। रौला जरूर है कि जिहड़ा भी गां की हत्या करूगा उसनूं 25 साल कैद होगी। मैं पार्लीमेंट दे विच भी बोलिया कि ठीक है तुहाडा धार्मिक निशान है, तुसी गऊ की इज्जत करते हो, पर तुसी इसनूं साਂਭ के नहीं रखते। ये तुसी भी देखा होगा कि अवारा गऊआं खेतों के विच फिरदियां। इहदा मैं पार्लीमेंट दे विच कहा सी कि हरेक गऊ पिछे जिहड़ी गऊ गऊशाला च है
ਸਰਕਾਰ 100 ਰੁਪਈਆ ਦੇਵੇ ਇੱਕ ਗਾਂ ਦੇ ਪਿੱਛੇ ਹਰੇਕ ਦਿਨ, ਜਿਹਦੇ ਨਾਲ ਪੱਠੇ ਖਰੀਦੇ ਜਾਣ, ਜਿਹੜਾ ਕਿਸਾਨਾਂ ਨੂੰ ਫਾਇਦਾ ਹੋਊਗਾ। ਤੂੜੀ ਖਰੀਦੀ ਜਾਏ, ਜਿਹਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਊਗਾ। ਅਤੇ ਤੁਸੀਂ ਆਪਣੀ ਗਊ ਨੂੰ ਸਾਂਭ ਕੇ ਰੱਖੋ। ਪਰ ਪਤਾ ਨਹੀਂ, ਇਹ ਕਹਿੰਦੇ ਹੈ ਕਿ ਭਾਰਤ ਸਾਡੀ ਮਾਤਾ ਹੈ। ਮੈਨੂੰ ਗੁੱਸਾ ਚੜ੍ਹਦਾ ਹੈ, ਜੇ ਤੁਹਾਡੀ ਮਾਤਾ ਹੈ ਤਾਂ ਫਿਰ ਇਹਦੀਆਂ ਸਰਹੱਦਾਂ ਦੇ ਉੱਤੇ, ਕਸ਼ਮੀਰ ਅਤੇ ਲੱਦਾਖ ਦੇ ਉੱਤੇ ਜਿਹੜੀ ਤੁਸੀਂ ਭਾਰਤ ਮਾਤਾ ਦੇ ਇਲਾਕੇ ਚੀਨ ਨੂੰ ਫਤਿਹ ਕਰਾ ਰਹੇ ਹੋ, ਉਹਦੇ ਕੁਛ ਵੀ ਕਰਨਾ ਚਾਹੀਦਾ। ਜਦੋਂ 2020 ਦੇ ਵਿੱਚ 20 ਫੌਜੀ ਮਾਰ ਦਿੱਤੇ ਗਏ, ਉਹਨਾਂ ਵਿੱਚੋਂ 5 ਸਾਡੇ ਸੀ ਪੰਜਾਬ ਦੇ, 4 ਸਿੱਖ ਸੀਗੇ ਅਤੇ 1 ਮੁਸਲਮਾਨ ਸੀ। ਸੋ ਸਾਧ ਸੰਗਤ ਜੀ, ਜਦੋਂ ਸਿੱਖ ਅਤੇ ਮੁਸਲਮਾਨ ਤੁਹਾਡੀ ਸਰਹੱਦ ਦੇ ਲਈ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਹੈ, ਫਿਰ ਪਤਾ ਨਹੀਂ ਕਾਹਦਾ ਸ਼ੱਕ ਪਿਆ ਰਹਿੰਦਾ ਹੈ ਕਿ ਸਿੱਖ ਪ੍ਰਾਈਮ ਮਿਨਿਸਟਰ ਦਾ ਨੁਕਸਾਨ ਨਾ ਕਰ ਦੇਣ, ਫਲਾਣੇ ਦਾ ਨੁਕਸਾਨ ਨਾ ਕਰ ਦੇਣ। ਅਸੀਂ ਚਾਹੁੰਦੇ ਹਾਂ ਆਪਣੀ ਤਰੱਕੀ, ਸਾਡੇ ਬਾਰਡਰ ਖੋਲ੍ਹੋ। ਗੁਰੂ ਸਾਹਿਬ ਨੇ ਅਰਦਾਸ ਦੇ ਵਿੱਚ ਸਾਨੂੰ ਦੱਸਿਆ ਕਿ ਜਿਹੜੇ ਗੁਰਦੁਆਰੇ ਪਾਕਿਸਤਾਨ ਦੇ ਵਿੱਚ ਰਹਿ ਗਏ ਹੈ, ਉਹਦੇ ਦਰਸ਼ਨ ਦੀਦਾਰ ਹੋਣ। ਅਸੀਂ ਆਪਣੀ ਅਰਦਾਸ ਨੂੰ ਪੂਰਾ ਕਰੀਏ। ਮੁਸਲਮਾਨਾਂ ਦੇ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਹੈ, ਇਹਨਾਂ ਦੀ ਆਵਾਜਾਈ ਹੋਵੇ। 70-80 ਸਾਲਾਂ ਤੋਂ ਇਹ ਆਪਣੇ ਰਿਸ਼ਤੇਦਾਰਾਂ ਤੋਂ ਵਾਂਝੇ ਹੋਏ ਹੈ। ਸੋ ਮੈਂ ਆਸ ਕਰਦਾ ਕਿ ਆਪਾਂ ਤਕੜੇ ਹੋ ਕੇ 20 ਤਰੀਕ ਨੂੰ ਆਪਣੀ ਇੱਜ਼ਤ ਰੱਖਾਂਗੇ। ਅਤੇ ਅਸੀਂ ਬੜੇ ਰਿਣੀ ਹੈ ਹਰਚਰਨ ਸਿੰਘ ਜੀ ਦੇ, ਜਿਹੜੇ ਸਾਡੇ ਤਖਤ ਜਥੇਦਾਰ ਸਾਹਿਬ ਦੇ ਬਾਪੂ ਜੀ ਹੈ, ਅਤੇ ਸਾਰਿਆਂ ਦੇ ਜਿਹੜੇ ਇੱਥੇ ਅੱਜ ਬੋਲ ਕੇ ਗਏ ਹੈ ਅਤੇ ਇਸ ਮੁਹਿੰਮ ਨੂੰ ਤਕੜਾ ਕਰ ਰਹੇ ਹੈ।